ਅੱਛਾ ਜੀ, ਇਜ਼ਰਾਈਲ ਤੇ ਹਮਾਸ ਦੇ ਵਿੱਚ ਜੰਗ ਛਿੜੀ ਆ। ਸੋ ਵੀਰੋ, ਤੁਹਾਨੂੰ ਮੈਂ ਸਾਰੀ ਜਿਹੜੀ ਇਤਿਹਾਸ ਦੱਸਦਾ ਆ ਕਿ ਇਜ਼ਰਾਈਲ ਜਿਹੜਾ ਆ ਉਹ ਕਿਵੇਂ ਬਣਿਆ। ਫਿਲਿਸਤੀਨ ਦੇ ਵਿੱਚ ਕੰਪਨੀ ਖੋਲ ਕੇ ਜਿਹੜਾ ਉਹ ਵਸਾਏ ਸੀਗੇ ਯਹੂਦੀ। ਅਰਬ ਦੇਸ਼ ਮਿਲ ਕੇ ਵੀ ਇਹਨਾਂ ਨੂੰ ਹਰਾ ਨਹੀਂ ਪਾਏ ਤੇ ਵਿਵਾਦ ਦੀ ਸਾਰੀ ਤੁਹਾਨੂੰ ਕਹਾਣੀ ਸੁਣਾਉਣਾ ਆ। ਐਵੇਂ ਨਹੀਂ, ਇਜ਼ਰਾਈਲ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਜਿਹੜਾ ਉਹ ਮੰਨਿਆ ਜਾਂਦਾ ਆ, ਚਾਹੇ ਟੈਕਨੋਲੋਜੀ, ਚਾਹੇ ਪੈਸਾ ਤੇ ਚਾਹੇ ਆਰਮੀ। 1907 ਦੇ ਵਿੱਚ ਚਾਈਮ ਵਾਈਜ਼ਮੈਨ ਨਾਮ ਦਾ ਇੱਕ ਕੈਮਿਸਟ ਤੇ ਬ੍ਰਿਟੇਨ ਦੇ ਵਿੱਚ ਯਹੂਦੀਆਂ ਦਾ ਵੱਡਾ ਲੀਡਰ ਪਹਿਲੀ ਵਾਰੀ ਫਿਲਿਸਤੀਨ ਜਾਂਦਾ ਆ। ਉਹ ਜਾ ਕੇ ਜਾਫਾ ਇਲਾਕੇ ਦੇ ਵਿੱਚ ਇੱਕ ਕੰਪਨੀ ਖੋਲਦਾ ਆ, ਜਿਹਦੇ ਨਾਲ ਫਿਲਿਸਤੀਨ ਦੇ ਵਿੱਚ ਇਜ਼ਰਾਈਲ ਦੀ ਨੀਂਹ ਪੈਂਦੀ ਆ। ਇਸ ਤੋਂ 3 ਸਾਲ ਦੇ ਅੰਦਰ ਇੱਕ ਯਹੂਦੀ ਨੈਸ਼ਨਲ ਫੰਡ ਬਣਾਇਆ ਜਾਂਦਾ ਆ ਤੇ ਇਹਦੇ ਨਾਲ ਫਿਲਿਸਤੀਨ ਦੇ ਵਿੱਚ ਯਹੂਦੀਆਂ ਦੀ ਕਲੋਨੀ ਵਸਾਉਣ ਦੇ ਲਈ ਜ਼ਮੀਨ ਖਰੀਦੀ ਜਾਂਦੀ ਆ। ਇਹਦੇ ਚੱਲਦੇ ਮਰਜ਼ ਬਿਨ ਆਮੀਰ ਨੇ ਜਿਹੜਾ 60,000 ਫਿਲਿਸਤੀਨੀਆਂ ਨੂੰ ਆਪਣਾ ਘਰ ਛੱਡਣ ਦੇ ਲਈ ਮਜਬੂਰ ਕੀਤਾ ਗਿਆ ਸੀ। ਵਿਰੋਧ ਦੇ ਬਾਵਜੂਦ ਸਾਲਾਂ ਤੱਕ ਫਿਲਿਸਤੀਨ ਦੇ ਵਿੱਚ ਯਹੂਦੀਆਂ ਦੀ ਐਂਟਰੀ ਦਾ ਸਿਲਸਿਲਾ ਚੱਲਦਾ ਰਿਹਾ। 1948 ਦੇ ਵਿੱਚ ਇਸ ਇਲਾਕੇ ਦੇ ਵਿੱਚ ਯਹੂਦੀਆਂ ਨੇ ਇੱਕ ਅਲੱਗ ਦੇਸ਼ ਇਜ਼ਰਾਈਲ ਦੀ ਜਿਹੜੀ ਉਹ ਸਥਾਪਨਾ ਜਿਹੜੀ ਉਹ ਹੋ ਜਾਂਦੀ ਆ। ਸੋ 75 ਸਾਲ ਪਹਿਲਾਂ 14 ਮਈ ਦੇ ਦਿਨ ਬਣਿਆ ਇਜ਼ਰਾਈਲ। 1917 ਪ੍ਰਥਮ ਵਿਸ਼ਵ ਯੁੱਧ ਦੇ ਵਿੱਚ ਆਟੋਮਨ ਅੰਪਾਇਰ ਦੀ ਹਾਰ ਤੋਂ ਬਾਅਦ ਫਿਲਿਸਤੀਨ ਦੇ ਉੱਪਰ ਬ੍ਰਿਟੇਨ ਜਿਹੜਾ ਉਹ ਕਬਜ਼ਾ ਕਰ ਲੈਂਦਾ ਆ। ਇਸ ਸਮੇਂ ਇੱਥੇ ਜ਼ਿਆਦਾ ਆਬਾਦੀ ਅਰਬ ਮੁਸਲਿਮਾਂ ਦੀ ਹੁੰਦੀ ਆ, ਯਹੂਦੀ ਅਲਪ ਸੰਖਿਅਕ ਹੁੰਦੇ ਆ। 1920-40 ਯੂਰਪ ਦੇ ਵਿੱਚ ਯਹੂਦੀਆਂ ਦੇ ਖਿਲਾਫ ਭਾਵਨਾਵਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਆ। ਇਸ ਵਿੱਚ ਬ੍ਰਿਟੇਨ ਨੂੰ ਫਿਲਿਸਤੀਨ ਦੇ ਵਿੱਚ ਯਹੂਦੀਆਂ ਦੇ ਲਈ ਇੱਕ ਅਲੱਗ ਦੇਸ਼ ਬਣਾਉਣ ਦਾ ਕੰਮ ਸੌਂਪਿਆ ਜਾਂਦਾ ਆ। ਸੈਕੰਡ ਵਰਲਡ ਵਾਰ ਦੇ ਵਿੱਚ ਹਿਟਲਰ ਦੀ ਫੌਜ ਲੱਖੋਂ ਯਹੂਦੀਆਂ ਦਾ ਜਿਹੜਾ ਜਨਸੰਹਾਰ ਕਰਦੀ ਆ। ਯਹੂਦੀ ਯਰੂਸ਼ਲਮ ਨੂੰ ਆਪਣਾ ਘਰ ਮੰਨਦੇ ਆ। ਇਹਨਾਂ ਦਾ ਦਾਅਵਾ ਆ ਕਿ ਇਹ ਜ਼ਮੀਨ ਭਗਵਾਨ ਨੇ ਅਬਰਾਹਮ ਤੇ ਉਹਦੇ ਵੰਸ਼ਜਾਂ ਨੂੰ ਸੌਂਪੀ ਸੀਗੀ। 1947-48 ਯਹੂਦੀਆਂ ਦੇ ਲਈ ਦੇਸ਼ ਦੀ ਸਮੱਸਿਆ ਦਾ ਸਮਾਧਾਨ ਕੱਢੇ ਬਿਨਾ ਅੰਗਰੇਜ਼ ਫਿਲਿਸਤੀਨ ਛੱਡ ਕੇ ਚਲੇ ਜਾਂਦੇ ਆ। 14 ਮਈ 1948 ਨੂੰ ਫਿਲਿਸਤੀਨ ਦੇ ਵਿੱਚ ਮੌਜੂਦ ਯਹੂਦੀ ਨੇਤਾ ਇਜ਼ਰਾਈਲ ਦੇ ਬਣਨ ਦੀ ਜਿਹੜੀ ਘੋਸ਼ਣਾ ਕਰ ਦਿੰਦੇ ਆ। ਫਿਲਿਸਤੀਨੀਆਂ ਦੇ ਵਿਰੋਧ ਕਰਨ ਦੇ ਉੱਪਰ 15 ਮਈ ਨੂੰ 8 ਮਹੀਨਿਆਂ ਦੀ ਜੰਗ ਸ਼ੁਰੂ ਹੋ ਜਾਂਦੀ ਆ ਤੇ ਇੱਕ ਤਰਫ ਅਰਬ ਦੇਸ਼ ਹੁੰਦੇ ਆ ਤੇ ਇੱਕ ਤਰਫ ਪੱਛਮੀ ਦੇਸ਼ਾਂ ਦੇ ਸਮਰਥਨ ਦੇ ਨਾਲ ਇਜ਼ਰਾਈਲ। ਫਿਲਿਸਤੀਨੀਆਂ ਨੂੰ ਜਬਰਨ ਉਹਨਾਂ ਦੇ ਘਰਾਂ ਚੋਂ ਕੱਢਿਆ ਜਾਂਦਾ ਆ ਤੇ ਅਰਬ ਮੁਸਲਿਮ ਇਸ ਦਿਨ ਨੂੰ ਅਲ ਨਕਵਾ ਯਾਨੀ ਵਿਨਾਸ਼ ਦੇ ਦਿਨ ਦੇ ਤੌਰ ਦੇ ਉੱਪਰ ਯਾਦ ਕਰਦੇ ਆ। ਜੁਲਾਈ 1949 ਤੱਕ ਇਜ਼ਰਾਈਲੀ ਫੋਰਸਸ 7,50,000 ਫਿਲਿਸਤੀਨੀਆਂ ਨੂੰ ਜਿਹੜਾ ਉਹ ਕੱਢ ਚੁੱਕੀ ਹੁੰਦੀ ਆ। 1949 ਸੀਜ਼ਫਾਇਰ ਦੇ ਐਲਾਨ ਦੇ ਨਾਲ ਜੰਗ ਰੁਕਦੀ ਆ। ਫਿਲਿਸਤੀਨ ਦਾ ਜ਼ਿਆਦਾਤਰ ਹਿੱਸਾ ਇਜ਼ਰਾਈਲ ਦੇ ਕਬਜ਼ੇ ਦੇ ਵਿੱਚ ਹੁੰਦਾ ਆ ਤੇ ਜੋ ਜ਼ਮੀਨ ਜਾਰਡਨ ਨੇ ਕਬਜ਼ਾਈ ਹੁੰਦੀ ਆ ਉਹਨੂੰ ਅੱਜ ਵੈਸਟ ਬੈਂਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਆ ਤੇ ਇਹ ਜਿਸ ਇਲਾਕੇ ਦੇ ਉੱਪਰ ਮਿਸਰ ਦਾ ਕਬਜ਼ਾ ਰਹਿੰਦਾ ਆ ਉਹਨੂੰ ਗਾਜ਼ਾ ਕਹਿੰਦੇ ਆ। ਫਿਲਿਸਤੀਨ ਦੀ ਰਾਜਧਾਨੀ ਯਰੂਸ਼ਲਮ ਦੇ 2 ਹਿੱਸਿਆਂ ਵਿੱਚ ਉਹਨੂੰ ਵੰਡਿਆ ਜਾਂਦਾ ਆ। ਇੱਕ ਜਾਰਡਨ ਦੇ ਕੋਲ ਹੁੰਦਾ ਆ ਤੇ ਇੱਕ ਇਜ਼ਰਾਈਲ ਫੋਰਸਸ ਦਾ ਕਬਜ਼ਾ ਰਹਿੰਦਾ ਆ। 1964 ਫਿਲਿਸਤੀਨ ਨੂੰ ਇਜ਼ਰਾਈਲ ਤੋਂ ਆਜ਼ਾਦ ਕਰਾਉਣ ਦੇ ਲਈ PLO ਦਾ ਗਠਨ ਕੀਤਾ ਜਾਂਦਾ ਆ। PLO ਯਾਨੀ ਫਿਲਿਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ। 1967 ਇਜ਼ਰਾਈਲ ਨੇ ਮਿਸਰ, ਜਾਰਡਨ, ਸੀਰੀਆ ਨੂੰ ਹਰਾ ਕੇ ਈਸਟ ਯਰੂਸ਼ਲਮ, ਵੈਸਟ ਬੈਂਕ, ਗਾਜ਼ਾ ਪੱਟੀ ਤੇ ਗੋਲਾਨ ਹਾਈਟਸ ਦੇ ਉੱਪਰ ਕਬਜ਼ਾ ਕਰ ਲਿਆ। ਇਹਨੂੰ 6 ਡੇ ਵਾਰ ਯਾਨੀ 6 ਦਿਨਾਂ ਦਾ ਯੁੱਧ ਵੀ ਜਿਹੜਾ ਉਹ ਕਿਹਾ ਜਾਂਦਾ ਆ। 1973 ਅਰਬ ਦੇਸ਼ਾਂ ਦਾ ਸਮੂਹ ਮਿਸਰ ਦੇ ਨੇਤਰਤਵ ਦੇ ਵਿੱਚ ਇੱਕ ਵਾਰੀ ਫਿਰ ਇਜ਼ਰਾਈਲ ਦੇ ਉੱਪਰ ਹਮਲਾ ਕਰਦਾ ਆ। ਇਹ ਹਮਲਾ ਯਹੂਦੀ ਵਰਸ਼ ਦੇ ਪਵਿੱਤਰ ਦਿਨ ਯੋਮ ਕਿਪੁਰ 6 ਅਕਤੂਬਰ ਨੂੰ ਕੀਤਾ ਜਾਂਦਾ ਆ। ਇਜ਼ਰਾਈਲ ਨੇ ਫਿਰ ਇੱਕ ਵਾਰੀ ਅਮਰੀਕਾ ਦੀ ਮਦਦ ਦੇ ਨਾਲ ਜਿਹੜਾ ਉਹ ਅਰਬ ਦੇਸ਼ਾਂ ਨੂੰ ਇਸ ਦਿਨ ਹਰਾ ਦਿੱਤਾ। 1974 ਯੂਐਨ ਦੇ ਪ੍ਰਸਤਾਵ 181 ਦੇ ਤਹਿਤ ਫਿਲਿਸਤੀਨ ਦੇ 2 ਹਿੱਸਿਆਂ ਦੇ ਵਿੱਚ ਉਹਨੂੰ ਵੰਡਿਆ ਜਾਂਦਾ ਹੈ, ਇੱਕ ਯਹੂਦੀਆਂ ਦੇ ਲਈ, ਦੂਸਰਾ ਅਰਬ ਮੁਸਲਮਾਨਾਂ ਦੇ ਲਈ। ਉਹੀ ਯਰੂਸ਼ਲਮ ਨੂੰ ਇੰਟਰਨੈਸ਼ਨਲ ਸਿਟੀ ਜਿਹੜੀ ਉਹ ਘੋਸ਼ਿਤ ਕੀਤਾ ਜਾਂਦਾ ਹੈ। ਯੂਐਨ ਦੇ ਇਸ ਪ੍ਰਸਤਾਵ ਨੂੰ ਯਹੂਦੀ ਲੀਡਰ ਪਸੰਦ ਕਰਦੇ ਆ ਲੇਕਿਨ ਅਰਬ ਦੇਸ਼ ਜਿਹੜੇ ਉਹ ਇਹਨੂੰ ਸਵੀਕਾਰ ਕਰਨ ਤੋਂ ਨਹੀਂ ਮੰਨਦੇ, ਇਨਕਾਰ ਕਰ ਦਿੰਦੇ ਆ। 1978 ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਤ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਸ਼ਾਂਤੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹਨੂੰ ਡੇਵਿਡ ਅਕਾਰਡ ਨਾਮ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਦੇ ਤਹਿਤ ਜਿਹੜੇ ਦਿੱਤੇ ਗਏ ਸੁਝਾਅ ਕਦੀ ਲਾਗੂ ਨਹੀਂ ਹੋਏ। 1982 ਇਜ਼ਰਾਈਲ 6 ਜੂਨ ਨੂੰ ਫਿਲਿਸਤੀਨੀ ਉਗਰਵਾਦੀਆਂ ਦੇ ਉੱਪਰ ਹਮਲਾ ਕਰਨ ਦੇ ਲਈ ਲੈਬਨਾਨ ਦੇ ਵਿੱਚ ਘੁਸਪੈਠ ਕਰਦਾ ਆ। ਇਹਦੇ ਵਿੱਚ ਇਜ਼ਰਾਈਲ ਦੇ ਸਮਰਥਨ ਵਾਲੇ ਮਿਲੀਸ਼ੀਆ ਬੇਰੂਤ ਦੇ ਕੈਂਪਾਂ ਦੇ ਵਿੱਚ ਰਹਿ ਰਹੇ 100 ਫਿਲਿਸਤੀਨੀ ਸ਼ਰਨਾਰਥੀਆਂ ਨੂੰ ਜਿਹੜਾ ਉਹ ਮਾਰ ਦਿੰਦੇ ਆ। 1987 ਫਿਲਿਸਤੀਨ ਪਹਿਲੇ ਇਤਿਫਾਦਾ ਯਾਨੀ ਵਿਦਰੋਹ ਦੀ ਸ਼ੁਰੂਆਤ ਕਰਦਾ ਆ। ਵੈਸਟ ਬੈਂਕ, ਗਾਜ਼ਾ, ਇਜ਼ਰਾਈਲ ਦੇ ਵਿੱਚ ਹਿੰਸਕ ਝੜਪ ਸ਼ੁਰੂ ਹੁੰਦੀ ਆ। 1987 ਤੱਕ ਜਾਰੀ ਰਹਿੰਦੀ ਆ। ਦੋਨੋਂ ਤਰਫ ਲੋਕਾਂ ਦੀ ਜਾਨ ਜਾਂਦੀ ਆ। 1993 ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਅਗਵਾਈ ਦੇ ਵਿੱਚ 6 ਮਹੀਨਿਆਂ ਤੱਕ ਚੱਲੀ ਸੀਕ੍ਰੇਟ ਗੱਲਬਾਤ ਤੋਂ ਬਾਅਦ ਇਜ਼ਰਾਈਲ ਤੇ ਫਿਲਿਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਵਿੱਚ 2 ਸਮਝੌਤੇ ਕਰਾਏ ਜਾਂਦੇ ਆ।
ਇਹਨੂੰ ਆਸਲੋ ਐਗਰੀਮੈਂਟ ਨਾਮ ਦਿੱਤਾ ਜਾਂਦਾ ਹੈ, ਤੁਸੀਂ ਪੜ੍ਹਿਆ ਵੀ ਹੋਣਾ ਹੈ। ਹਾਲਾਂਕਿ ਇਹਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਦਾ। 2000 ਫਿਲਿਸਤੀਨ ਦੀ ਤਰਫ ਤੋਂ ਦੂਸਰੇ ਇੰਤਿਫਾਦਾ ਦੀ ਸ਼ੁਰੂਆਤ ਹੁੰਦੀ ਆ। ਇਹਦੀ ਵਜ੍ਹਾ ਦੇ ਨਾਲ ਇਜ਼ਰਾਈਲੀ ਲੀਡਰ ਏਰੀਅਲ ਸ਼ਰੋਨ ਦਾ ਮੁਸਲਿਮਾਂ ਦੇ ਲਈ ਪਵਿੱਤਰ ਮੰਨੇ ਜਾਣ ਵਾਲੀ ਅਲ ਅਕਸਾ ਮਸਜਿਦ ਜਾਣਾ ਹੁੰਦਾ ਹੈ। ਦਰਅਸਲ ਈਸਾਈ ਤੇ ਯਹੂਦੀ ਵੀ ਇਹਨੂੰ ਆਪਣਾ ਪਵਿੱਤਰ ਸਥਲ ਟੈਂਪਲ ਮਾਊਂਟ ਸਮਝਦੇ ਆ। 2002-04 ਆਤਮਘਾਤੀ ਹਮਲਿਆਂ ਦੀ ਜਵਾਬੀ ਕਾਰਵਾਈ ਦੇ ਵਿੱਚ ਇਜ਼ਰਾਈਲ ਵੈਸਟ ਬੈਂਕ ਦੇ ਵਿੱਚ ਘੁਸਪੈਠ ਕਰਦਾ ਆ। 2006 38 ਸਾਲ ਤੱਕ ਕਬਜ਼ੇ ਤੋਂ ਬਾਅਦ ਇਜ਼ਰਾਈਲੀ ਫੋਰਸਸ ਗਾਜ਼ਾ ਛੱਡ ਕੇ ਚਲੇ ਜਾਂਦੀਆਂ ਆ ਤੇ ਹਮਾਸ ਇੱਥੇ ਜਨਾਬ ਜਿੱਤਦਾ ਆ। ਉਸ ਤੋਂ ਬਾਅਦ ਜੀ 2012 ਇਜ਼ਰਾਈਲ ਹਮਾਸ ਦੇ ਮਿਲਟਰੀ ਚੀਫ ਅਹਿਮਦ ਜ਼ਵਾਰੀ ਨੂੰ ਮਾਰ ਦਿੰਦਾ ਆ। ਬਦਲੇ ਦੇ ਵਿੱਚ ਗਾਜ਼ਾ ਦੀ ਤਰਫ ਤੋਂ ਰਾਕਟ ਦਾਗੇ ਜਾਂਦੇ ਆ। ਇਜ਼ਰਾਈਲ 에ਅਰ ਸਟ੍ਰਾਈਕ ਕਰਦਾ ਹੈ। ਇਸ ਵਿੱਚ ਇਜ਼ਰਾਈਲ ਦੇ 6 ਤੇ ਫਿਲਿਸਤੀਨ ਦੇ ਲਗਭਗ 150 ਲੋਕਾਂ ਦੀ ਮੌਤ ਹੁੰਦੀ ਆ। 2017 ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਘੋਸ਼ਿਤ ਕਰਦੇ ਆ। ਅਮਰੀਕੀ ਦੂਤਾਵਾਸ ਨੂੰ ਤੇਲ ਅਵੀਵ ਦੇ ਜਿਹੜੇ ਯਰੂਸ਼ਲਮ ਸ਼ਿਫਟ ਕੀਤਾ ਜਾਂਦਾ ਆ। 2018 ਗਾਜ਼ਾ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੁੰਦਾ ਆ ਤੇ ਇਜ਼ਰਾਈਲੀ ਸੈਨਿਕਾਂ ਦੇ ਉੱਪਰ ਪੱਥਰ ਤੇ ਗੈਸੋਲੀਨ ਬੰਬ ਸੁੱਟੇ ਜਾਂਦੇ ਆ। ਜਵਾਬੀ ਕਾਰਵਾਈ ਦੇ ਵਿੱਚ ਇਜ਼ਰਾਈਲ 170 ਪ੍ਰਦਰਸ਼ਨਕਾਰੀਆਂ ਨੂੰ ਮਾਰ ਦਿੰਦਾ ਆ। ਸੋ ਹੁਣ ਤੁਸੀਂ ਜਿਹੜਾ ਆ ਉਹ ਦੇਖ ਹੀ ਰਹੇ ਆ ਕੀ ਹੋਇਆ ਆ। ਸੋ ਇਹ ਬਹੁਤ ਖੂਨੀ ਇਤਿਹਾਸ ਆ ਸਾਰਾ, ਤੇ ਬਾਕੀ ਇਹਦੇ ਬਾਰੇ ਪੜ੍ਹਿਓ, ਬਹੁਤ ਵੱਡੇ ਆਰਟੀਕਲਸ ਆ, ਤੁਹਾਨੂੰ ਜਿਹੜੇ ਉਹ ਪਤਾ ਲੱਗ ਜਾਣਗੇ।